ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਈਐ, ਸਭਨਾ ਦਾ ਵਿਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੋ। ਸਾਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ, ਤੱਟਾਂ ਮੇਘਾਂ ਖੇਤਾਂ, ਦੀਪਾਂ ਲੋਆਂ ਮੰਡਲਾਂ, ਖੰਡਾਂ ਵਰ ਭੰਡਾਂ, ਅੰਡਜ ਜੀਰਜ ਉਤਪਜਾ, ਖਾਣੀ ਸੇਤ ਜਾਂ, ਸੋ ਮਿਤ ਜਾਣੇ ਨਾਨਕਾ, ਸਰਾਂ ਮੇਰਾ ਜਨਤਾ। ਨਾਨਕ ਜੰਤ ਪਾਇ ਕੈ, ਸੰਭਾਲੇ ਸਭਨਾ, ਜਿਨ ਕਰਤੇ ਕਰਣਾ ਕੀਆ, ਚਿੰਤਾ ਭੇ ਕਰਣੀ ਤਾ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੁਹਾਰੀ ਸੁਸਤ ਤਿਸ, ਤਿਸ ਦਿਵਾਣ ਆਪੱਗ। ਨਾਨਕ ਸੱਚੇ ਨਾਮ ਬਿਨ, ਕਿਆ ਟਿੱਕਾ ਕਿਆ ਤੱਗ। ਨਾਨਕ ਸੱਚੇ ਨਾਮ ਬਿਨ, ਕਿਆ ਟਿੱਕਾ ਕਿਆ ਤੱਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ। ਸੋ ਹੁਣ ਸਮਾਂ ਹੋਇਆ ਕਥਾ ਵਿਚਾਰ ਦੀ ਸਾਂਝ ਆਪਣੇ ਨਾਲ ਪਾਉਣ ਲਈ। ਸੋ ਧੰਨਤਾ ਦੇ ਯੋਗ ਹੋ ਜਿਹੜੇ ਆਪਣੇ ਅੰਮ੍ਰਿਤ ਵੇਲੇ ਦੀਆਂ ਘੜੀਆਂ ਨੂੰ ਸਫਲੀਆਂ ਕਰ ਰਹੇ ਹੋ। ਆਓ ਆਪਾਂ ਲੜੀ ਨੂੰ ਜੋੜਦਿਆਂ ਹੋਇਆਂ ਇਹ ਅੱਜ ਦਾ ਜੋ ਸ਼ਬਦ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 467 ਦੇ ਉੱਤੇ ਸੁਭਾਇਮਾਨ ਹੈ। ਆਸਾ ਜੀ ਦੀ ਵਾਰ ਦੀ ਜਿਹੜੀ ਆਪਣੀ ਲੜੀਵਾਰ ਕਥਾ ਚੱਲ ਰਹੀ ਹੈ ਉਹਦੇ 8ਵੀਂ ਪੌੜੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸ਼ਲੋਕ ਹੈ। ਪਿਛਲੇ ਸਮੇਂ ਵਿੱਚ ਆਪਾਂ 7ਵੀਂ ਪੌੜੀ ਦੀ ਵਿਚਾਰ ਜਿਹੜੀ ਉਹ ਸਾਂਝੀ ਕੀਤੀ ਸੀਗੀ। ਸੇਵ ਕੀਤੀ ਸੰਤੋਖੀ, ਜਿਨ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਸੰਤੋਖੀ ਜਨਾਂ ਨੇ, ਜਿਨ੍ਹਾਂ ਜੀਵਾਂ ਦੇ ਹਿਰਦੇ ਵਿੱਚ ਸੰਤੋਖ ਹੈ, ਉਹਨਾਂ ਦੀ ਸੇਵਾ ਜਿਹੜੀ ਕੀਤੀ ਉਹ ਸਫਲੀ। ਪਰ ਮੁੱਖ ਤੌਰ ਤੇ 5 ਗੁਣ ਨੇ: ਸਤ, ਸੰਤੋਖ, ਧੀਰਜ, ਧਰਮ ਤੇ ਦਇਆ।
ਜੇਕਰ ਇਹ ਗੁਣ ਜਿਹੜੇ ਆ ਇਹ ਜੀਵ ਦੇ ਹਿਰਦੇ ਵਿੱਚ ਵਸ ਜਾਣ ਤਾਂ ਉਹ ਸਹਿਜੇ ਹੀ ਉਸ ਪਰਮਾਤਮਾ ਨੂੰ ਮਿਲ ਸਕਦਾ। ਪਰ ਇਹਨਾਂ ਗੁਣਾਂ ਨੂੰ ਹਿਰਦੇ ਵਿੱਚ ਵਸਾਉਣਾ ਕੋਈ ਇੰਨਾ ਸੌਖਾ ਨਹੀਂ, ਬੜੀ ਤਗੜੀ ਘਾਲਣੀ ਪੈਂਦੀ ਹੈ। ਕਈ ਜਨਮ ਲੱਗ ਜਾਂਦੇ ਨੇ ਕਈਆਂ ਨੂੰ। ਜੇ ਕਿਸੇ ਜੀਵ ਦੇ ਵਿੱਚ ਇਹ ਸ਼ੁਰੂ ਤੋਂ ਗੁਣ ਨੇ ਤਾਂ ਉਸ ਜੀਵ ਦੀ ਕੋਈ ਪਿਛਲੇ ਜਨਮਾਂ ਦੀ ਘਾਲਣਾ ਹੈ। ਮਹਾਰਾਜ ਕਹਿੰਦੇ ਜੇ ਸੰਤੋਖੀ ਜੀਵਨ ਹੋਵੇ ਧਰਮ ਵੀ ਉਹੀ ਕਮਾ ਸਕਦਾ ਤੇ ਧੀਰਜ ਵੀ ਉਹਦੇ ਹਿਰਦੇ ਵਿੱਚ ਹੀ ਹੋਏਗਾ। ਸੰਤੋਖ ਤੇ ਧੀਰਜ ਦੇ ਵਿੱਚ ਥੋੜਾ ਜਿਹਾ ਫਰਕ ਹੈ ਕਿ ਸੰਤੋਖ ਹੈ ਜੋ ਮਾਲਕ ਨੇ ਦਿੱਤਾ ਉਹਦੇ ਵਿੱਚ ਸਬਰ ਕਰਨਾ, ਤੇ ਧੀਰਜ ਹੈ ਜੇ ਕੋਈ ਬੰਦਾ ਕੋਈ ਵਧੀਕੀ ਵੀ ਬੋਲ ਗਿਆ ਕਹਿ ਗਿਆ ਤੇ ਉਸ ਨੂੰ ਸਬਰ ਕਰ ਲੈਣਾ, ਜਰ ਲੈਣਾ। ਧਰਮ ਵੀ ਉਹੀ ਕਮਾ ਸਕਦਾ ਤੇ ਧੀਰਜਵਾਨ ਵੀ ਉਹੀ ਹੋ ਸਕਦਾ, ਤੇ ਦਇਆ ਵੀ ਉਹਦੇ ਹਿਰਦੇ ਵਿੱਚ ਹੀ ਉਪਜੇਗੀ। ਜਿਹੜਾ ਬੰਦਾ ਅਜੇ ਆਪ ਨਹੀਂ ਰੱਜਿਆ, ਉਹਦਾ ਆਪਣਾ ਮਨ ਨਹੀਂ ਰੱਜਿਆ ਤ੍ਰਿਸ਼ਨਾ ਦੇ ਅਧੀਨ, ਉਹ ਕਿਸੇ ਤੇ ਦਇਆ ਕੀ ਕਰ ਸਕਦਾ। ਸੋ ਇਹ ਵਿਚਾਰਾਂ ਆਪਾਂ ਪਿਛਲੇ ਸਮੇਂ ਦੇ ਵਿੱਚ ਸਾਂਝੀਆਂ ਕੀਤੀਆਂ ਸੀ। ਜਿਹੜੀ ਅੱਜ ਦੀ ਅਗਲੀ ਪੌੜੀ ਜਿਹੜੀ ਹੈ 8 ਨੰਬਰ ਪੌੜੀ, ਉਹ ਪੌੜੀ ਦਾ ਮਜ਼ਮੂਨ ਹੈ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ। ਕਿਉਂਕਿ ਆਸਾ ਦੀ ਵਾਰ ਦੇ ਵਿੱਚ ਜਿਹੜਾ ਪ੍ਰਮੁੱਖ ਬਾਣੀ ਉਹ ਹੈ ਪੌੜੀਆਂ, ਤੇ ਉਹਨਾਂ ਪੌੜੀਆਂ ਦੀ ਜਿਹੜਾ ਵਿੱਚ ਵਿਚਾਰ ਹੈ ਉਸ ਨੂੰ ਖੋਲ੍ਹਣ ਵਾਸਤੇ ਗੁਰੂ ਅਰਜਨ ਸਾਹਿਬ ਨੇ ਜਿਹੜੇ ਨਾਲ ਸ਼ਲੋਕ ਦਰਜ ਕੀਤੇ ਨੇ ਉਹ ਉਸ ਪੌੜੀ ਨੂੰ ਹੀ ਖੋਲ੍ਹਦੇ ਨੇ। ਸੋ ਅੱਜ ਦਾ ਜਿਹੜਾ ਸ਼ਲੋਕ ਹੈ ਜਿਹੜਾ ਆਪਨੇ ਸਰਵਣ ਕੀਤਾ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਧੰਨ ਗੁਰੂ ਨਾਨਕ ਦੇਵ ਜੀ ਇਸ ਸ਼ਲੋਕ ਦੇ ਵਿੱਚ ਅੱਗੇ ਵੀ ਆਪਾਂ ਪਿੱਛੇ ਵਿਚਾਰਾਂ ਕੀਤੀਆਂ ਨੇ, ਜਪਜੀ ਸਾਹਿਬ ਦੇ ਵਿੱਚ ਵੀ, ਆਸਾ ਦੀ ਵਾਰ ਦੇ ਵਿੱਚ ਵੀ। ਗੁਰੂ ਨਾਨਕ ਸਾਹਿਬ ਇਸ ਸ੍ਰਿਸ਼ਟੀ ਦਾ ਜ਼ਿਕਰ ਕਰਦੇ ਨੇ, ਤੇ ਜਦੋਂ ਜ਼ਿਕਰ ਕਰਦੇ ਨੇ ਤੇ ਸੰਸਾਰ ਦੇ ਉੱਤੇ ਜੋ ਉਸ ਅਕਾਲ ਪੁਰਖ ਨੇ ਪੈਦਾ ਕੀਤਾ ਉਹਦਾ ਸਾਰਿਆਂ ਦਾ ਜ਼ਿਕਰ ਕਰਦੇ ਨੇ, ਤੇ ਜ਼ਿਕਰ ਕਰਨ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਉਹ ਮਾਲਕ ਆਪ ਹੀ ਜਾਣਦਾ ਵੀ ਇਹ ਖਿਲਾਰਾ ਉਹਦਾ ਕਿੰਨਾ ਕਾ। ਅੱਜ ਵੀ ਵਾਰ ਅਜਿਹੀ ਬਖਸ਼ਿਸ਼ ਕਰਦੇ ਨੇ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਕਿੰਨੇ ਸੰਸਾਰ ਦੇ ਉੱਤੇ ਜੀਵ ਨੇ, ਪੁਰਖ ਨੇ, ਕਿੰਨੇ ਕਿ ਬਿਰਖ ਨੇ, ਤੱਟ ਜਿਹੜੇ ਨਦੀਆਂ ਦੇ ਕਿਨਾਰਿਆਂ ਤੇ ਵਰਤੋਂ ਵਿੱਚ ਆਉਣ ਵਾਲੀਆਂ ਜਗ੍ਹਾ ਨੇ। ਤੀਰਥਾਂ ਤੋਂ ਆਪਾਂ ਜਾਣਦੇ ਹਾਂ ਉਹ ਸਥਾਨ ਜਿੱਥੇ ਕਿਸੇ ਮਹਾਂਪੁਰਖ ਨੇ ਬੈਠ ਕੇ ਤਪੱਸਿਆ ਕੀਤੀ ਹੋਵੇ ਨਦੀ ਦੇ ਕਿਨਾਰੇ ਤੇ ਉਹ ਜਿਹੜੇ ਉਹ ਤੀਰਥ ਸਥਾਨ ਬਣ ਜਾਂਦੇ ਨੇ। ਮੇਘਾਂ ਤੋਂ ਭਾਵ ਬੱਦਲਾਂ ਤੋਂ, ਖੇਤਾਂ ਖੇਤ, ਦੀਪਾਂ ਜਿਹੜਾ ਦੋਹਾਂ ਪਾਣੀਆਂ ਦੇ ਵਿਚਕਾਰ ਦਾ ਹਿੱਸਾ ਹੋਵੇ ਇਹਨੂੰ ਆਪਾਂ ਦੀਪ ਕਹਿੰਦੇ ਹਾਂ। ਲੋਆਂ, ਜਦੋਂ ਲੋਆਂ ਦੀ ਗੱਲ ਕਰਦੇ ਆ ਤੇ 3 ਲੋਕ, ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ। ਮੁਸਲਮਾਨ ਧਰਮਾਂ ਦੇ ਵਿੱਚ ਉਹ ਇਹਨਾਂ ਨੂੰ 14 ਗਿਣਦੇ ਨੇ, 7 ਆਕਾਸ਼ ਵਿੱਚ ਤੇ 7 ਪਤਾਲ ਵਿੱਚ। ਦੀਪਾਂ, ਲੋਆਂ, ਮੰਡਲਾਂ। ਜਦੋਂ ਆਪਾਂ ਮੰਡਲ ਦੀ ਗੱਲ ਕਰਾਂਗੇ ਤੇ ਉਸ ਮੰਡਲ ਦੇ ਵਿੱਚ ਇੱਕ ਧਰਤੀ, ਇੱਕ ਚੰਦਰਮਾ ਤੇ ਇੱਕ ਸੂਰਜ,
ਇਹਨੂੰ ਇੱਕ ਮੰਡਲ ਜਿਹੜਾ ਗਿਣਿਆ ਜਾਂਦਾ। ਮੰਡਲ ਦੀਪਾਂ ਲੋਹਾਂ ਮੰਡਲਾਂ ਖੰਡਾਂ। ਖੰਡ ਹੈ ਧਰਤੀ ਦਾ ਇੱਕ ਹਿੱਸਾ, ਜਿਵੇਂ ਭਾਰਤ ਵੰਡ ਹੈ, ਇਸ ਤਰ੍ਹਾਂ ਜਿਹੜੇ ਵੱਖ-ਵੱਖ ਦੇਸ਼ ਨੇ ਉਹਨਾਂ ਆਪੋ ਆਪਣੀ ਧਰਤੀਆਂ ਨੇ। ਵਰਭੰਡ ਤੋਂ ਭਾਵ ਹੈ ਬ੍ਰਹਿਮੰਡ। ਉਸ ਬ੍ਰਹਿਮੰਡ ਦੇ ਵਿੱਚ ਇਹ ਸਾਰੇ ਹੀ ਆ ਜਾਂਦੇ ਨੇ। ਅੰਡਜ ਜੇਰਜ ਉਤਪੁਜਾਂ ਖਾਣੀ ਸੇਤਜਾਂ। ਇੱਥੇ ਮਹਾਰਾਜ ਚਾਰ ਖਾਣੀਆਂ ਦੀ ਗੱਲ ਕਰਦੇ ਨੇ। ਅੰਡਜ ਹੈ ਜਿਹੜੇ ਆਂਡਿਆਂ ਤੋਂ ਪੈਦਾ ਹੁੰਦੇ ਨੇ। ਜੇਰਜ ਆ ਜਿਹੜੇ ਵੀਰਜ ਤੋਂ ਪੈਦਾ ਹੁੰਦੇ ਨੇ, ਗਰਭ ਧਾਰਦੇ ਨੇ। ਉਤਪੁਜ ਹੈ ਜੋ ਬਨਸਪਤੀ ਸਾਰੀ ਜਿਹੜੀ ਆ ਉਹਦੇ ਵਿੱਚ ਆ ਜਾਂਦੀ ਹੈ। ਸੇਤ ਜਾਂ ਜਿਹੜੇ ਪਸੀਨੇ ਤੋਂ ਪੈਦਾ ਹੋ ਜਾਂਦੇ ਨੇ। ਤੁਸੀਂ ਦੇਖੋ ਹੁਣ ਗਰਮੀਆਂ ਦਾ ਮੌਸਮ ਆਉਣਾ ਤੇ ਇੱਕ ਇਹੋ ਜਿਹਾ ਸਮਾਂ ਆ ਜਾਂਦਾ ਜਦੋਂ ਡਾਰਾਂ ਦੀਆਂ ਡਾਰਾਂ ਹੀ ਜਿਹੜੀਆਂ ਨੇ ਉਹ ਡੱਡੂਆਂ ਦੀਆਂ ਸਾਡੇ ਅੱਗੇ ਪਿੱਛੇ ਭੱਜੀਆਂ ਫਿਰਦੀਆਂ ਨੇ, ਪਤਾ ਹੀ ਨਹੀਂ ਕਿੱਥੋਂ ਪੈਦਾ ਹੋ ਜਾਂਦੀਆਂ ਨੇ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਹੁਣ ਇੱਥੇ ਮਹਾਰਾਜ ਕਹਿੰਦੇ ਸੋ ਮਿਤ ਜਾਣੇ। ਮਿਤ ਹੁੰਦਾ ਅੰਦਾਜ਼ਾ। ਮਹਾਰਾਜ ਕਹਿੰਦੇ ਸੋ ਮਿਤ ਜਾਣੇ। ਉਹ ਮਾਲਕ ਆਪ ਹੀ ਇਹਦਾ ਅੰਦਾਜ਼ਾ ਜਾਣਦਾ ਵੀ ਇਹਨਾਂ ਦੀ ਗਿਣਤੀ ਕਿੰਨੀ ਕੁ ਹੈ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਸਰਾ ਸਰੋਵਰ, ਮੇਰਾ ਪਰਬਤ, ਜਨਤਾ ਜੀਵ ਜੰਤ। ਕਿੰਨੇ ਕਿੰਨੇ ਇਹਨਾਂ ਦੀ ਗਿਣਤੀ ਮਹਾਰਾਜ ਕਹਿੰਦੇ ਉਹ ਆਪ ਹੀ ਜਾਣਦਾ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ। ਇੰਨੇ ਜੀਵ ਪੈਦਾ ਕਰਕੇ ਤੇ ਫਿਰ ਉਹ ਉਹਨਾਂ ਦੀ ਸੰਭਾਲ ਆਪ ਕਰ ਰਿਹਾ। ਜਿਸਨੇ ਜੀਵ ਪੈਦਾ ਕੀਤੇ ਨੇ ਸੰਭਾਲ ਵੀ ਉਹਨਾਂ ਦੀ ਉਹ ਕਰਦੇ ਆ। ਅਸੀਂ ਕੋਈ ਛੋਟਾ ਜਿਹਾ ਕਾਰਜ ਕਰੀਏ ਨਾ, ਕੋਈ ਬਾਗ ਬਗੀਚਾ ਲਾਇਆ ਹੋਵੇ, ਉਹਦੀ ਸੰਭਾਲ ਸਾਨੂੰ ਆਪ ਕਰਨੀ ਪੈਂਦੀ ਹੈ। ਜਿਸਨੇ ਉਹਨੂੰ ਬਾਗ ਬਗੀਚੇ ਨੂੰ ਲਾਇਆ ਉਹਦੇ ਵਾਸਤੇ ਉਹ ਮਾਲੀ ਰੱਖੇ, ਆਪ ਕਰੇ, ਸਾਰਾ ਪ੍ਰਬੰਧ ਆਪ ਕਰਨਾ ਪੈਂਦਾ। ਇਸੇ ਤਰ੍ਹਾਂ ਜਿੰਨੇ ਸੰਸਾਰ ਦੇ ਉੱਤੇ ਜੀਵ, ਇਹ ਜੰਤ, ਇਹ ਬਿਰਖ ਪੈਦਾ ਕੀਤੇ ਨੇ, ਉਹਨਾਂ ਦੀ ਸੰਭਾਲ ਵੀ ਉਹ ਆਪ ਕਰ ਰਿਹਾ। ਤੇ ਜਦੋਂ ਕਿਸੇ ਦੀ ਸੰਭਾਲ ਕਰਨੀ ਹੋਵੇ ਤੇ ਸੰਭਾਲ ਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਉਹਨੂੰ ਖਾਣ ਨੂੰ ਚਾਹੀਦਾ, ਫਿਰ ਉਸ ਨੂੰ ਪੀਣ ਨੂੰ ਚਾਹੀਦਾ, ਉਸ ਨੂੰ ਰਹਿਣ ਨੂੰ ਚਾਹੀਦਾ। ਉਸ ਕਾਦਰ ਦੀ ਕੁਦਰਤ ਦੇਖੋ, ਉਸ ਮਾਲਕ ਨੇ ਇਹ ਜਿੰਨੇ ਜੀਵ ਪੈਦਾ ਕੀਤੇ ਨੇ, ਇਹਨਾਂ ਦੀ ਸੰਭਾਲ ਵਾਸਤੇ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਵਿੱਚ। ਸੰਸਾਰ ਨੂੰ ਧਰਮ ਪਾਲਣ ਵਾਸਤੇ ਇਸ ਜੀਵ ਵਾਸਤੇ ਧਰਤੀ ਪੈਦਾ ਕੀਤੀ ਤੇ ਜਿਸ ਧਰਤੀ ਦੇ ਉੱਤੇ ਆ ਕੇ ਜੀਵ ਨੇ ਧਰਮ ਦੀ ਪਾਲਣਾ ਕਰਨੀ ਆ ਤੇ ਉਹਨੂੰ ਰਹਿਣ ਨੂੰ ਵੀ ਚਾਹੀਦਾ, ਖਾਣ ਨੂੰ ਵੀ ਚਾਹੀਦਾ, ਸਭ ਕੁਝ ਇਸ ਧਰਤੀ ਦੇ ਵਿੱਚ ਉਸ ਮਾਲਕ ਨੇ ਸਭ ਕੁਝ ਪਾ ਦਿੱਤਾ। ਇੱਕੋ ਵਾਰੀ ਇਸ ਧਰਤੀ ਦੇ ਵਿੱਚ ਉਸਨੇ ਸਭ ਕੁਝ ਪਾ ਦਿੱਤਾ ਤੇ ਜੁਗਾਂ ਜਗੰਤਰਾਂ ਤੋਂ ਜੀਵ ਇਸ ਧਰਤੀ ਦੇ ਵਿੱਚੋਂ ਪੈਦਾ ਕਰਕੇ ਖਾ ਰਿਹਾ ਤੇ ਜਿੰਨਾ ਪੈਦਾ ਕਰਕੇ ਖਾ ਰਿਹਾ ਜੀਵ ਤੁਰੇ ਚਲੇ ਜਾ ਰਹੇ ਨੇ, ਲੇਕਿਨ ਧਰਤੀ ਦੇ ਵਿੱਚੋਂ ਖਜ਼ਾਨਾ ਖਤਮ ਨਹੀਂ ਹੁੰਦਾ, ਫਿਰ ਪੈਦਾ ਹੋਈ ਜਾਂਦਾ। ਜੇ ਧਰਤੀ ਦੇ ਵਿੱਚੋਂ ਕੋਈ ਤੱਤਾਂ ਦੀ ਕਮੀ ਆਉਂਦੀ ਹੈ ਤੇ ਸੂਰਜ ਦੀ ਗਰਮੀ ਹੈ, ਉਹਦੇ ਨਾਲ ਉਹ ਤੱਤ ਫਿਰ ਪੈਦਾ ਹੋ ਜਾਂਦੇ। ਇਹ ਉਸ ਮਾਲਕ ਦਾ ਕਿਹੋ ਜਿਹਾ ਪ੍ਰਬੰਧ ਆਏ ਜੀਵਾਂ ਨੂੰ ਪਾਲਣ ਵਾਸਤੇ, ਸੰਭਾਲਣ ਵਾਸਤੇ। ਨਾਨਕ ਜੰਤੋ ਪਾਇ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾ। ਜਿਸ ਉਸ ਮਾਲਕ ਨੇ ਇਹਨਾਂ ਨੂੰ ਪੈਦਾ ਕੀਤਾ, ਜਿਨ ਕਰਤੇ ਕਰਨਾ ਕੀਆ। ਕਰਨਾ ਹੁੰਦਾ ਸ੍ਰਿਸ਼ਟੀ ਨੂੰ ਪੈਦਾ ਕਰਨਾ।
ਕੋਈ ਵੀ ਚੀਜ਼ ਜਦੋਂ ਪੈਦਾ ਹੁੰਦੀ ਆ ਤੇ ਉਹ ਚੀਜ਼ ਪੈਦਾ ਹੁੰਦੀ ਤੇ ਨਾਲ ਕੋਈ ਨਾ ਕੋਈ ਕਾਰਨ ਹੁੰਦਾ ਜਿਹਦੇ ਕਰਕੇ ਉਹ ਪੈਦਾ ਹੁੰਦੀ ਹੈ। ਸਪੋਜ਼ ਕਰੋ ਸਾਡਾ ਕੋਈ ਕਿਸੇ ਸਫ਼ਰ ਤੇ ਜਾ ਰਹੇ ਆ, ਕੋਈ ਕਿਸੇ ਦਾ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਂਦਾ ਤੇ ਕੋਈ ਕਾਰਨ ਬਣਦਾ, ਕੋਈ ਅੱਗੇ ਆ ਜਾਂਦਾ ਜਾਂ ਕੋਈ ਬ੍ਰੇਕ ਫੇਲ ਹੋ ਜਾਂਦੀ ਹੈ ਜਾਂ ਕੁਝ ਹੋਰ ਹੋ ਜਾਂਦਾ, ਕੋਈ ਕਾਰਨ ਤਾਂ ਬਣਦਾ ਨਾ। ਉਹ ਮਾਲਕ ਕਰਤਾ ਵੀ ਆਪ ਹੈ ਤੇ ਕਾਰਨ ਵੀ ਆਪ ਹੈ। ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ। ਜਿਸ ਮਾਲਕ ਨੇ ਪੈਦਾ ਕੀਤਾ ਇਸ ਸੰਸਾਰ ਦੀ ਚਿੰਤਾ ਵੀ ਉਸੇ ਨੂੰ ਹੈ। ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ। ਹੁਣ ਇਸ ਤੇ ਮਹਾਰਾਜ ਨੇ ਕਲੀਅਰ ਕਰਤਾ ਵੀ ਉਹ ਸੰਸਾਰ ਜਿਸ ਮਾਲਕ ਨੇ ਬਣਾਇਆ ਉਹਦੀ ਚਿੰਤਾ ਉਹੀ ਕਰੇ। ਪਰ ਅਸੀਂ ਸੰਸਾਰੀ ਜੀਵ ਹਾਂ, ਚਿੰਤਾ ਕਿਹਨੂੰ ਨਹੀਂ ਹੈ। ਚਿੰਤਾ ਤੋਂ ਕੋਈ ਜੀਵ ਬਚਿਆ ਨਹੀਂ। ਕਹਿਣਾ ਸੌਖਾ ਚਿੰਤਾ ਨਾ ਕਰੋ, ਮਾਲਕ ਚਿੰਤਾ ਕਰਦਾ, ਪਰ ਹਰ ਜੀਵ ਚਿੰਤਾ ਹੈ। ਮਹਾਰਾਜ ਦਾ ਇੱਕ ਸ਼ਬਦ ਹੈ, ਚਿੰਤਾ ਵੀ ਆਪ ਕਰਾਏ ਸੀ ਅਚਿੰਤ ਵੀ ਆਪ ਦੇ। ਨਾਨਕ ਸੋ ਸਲਾਈਐ ਜੇ ਸਭਨਾ ਸਾਰ ਕਰੇ। ਚਿੰਤਾ ਵੀ ਉਹ ਆਪ ਹੀ ਜੀਵਾਂ ਦੇ ਵਿੱਚ ਪਾਉਂਦਾ ਤੇ ਅਚਿੰਤ ਵੀ ਆਪ ਹੀ ਕਰਦਾ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਇਨ ਤਿੰਨਾ ਵੀ ਰੁੱਝਦੇ। ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ। ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ। ਫਿਰ ਵੇਖੋ ਜਲ ਦੇ ਵਿੱਚ ਜੀਵ ਪੈਦਾ ਕੀਤੇ ਨੇ। ਮਹਾਰਾਜ ਕਹਿੰਦੇ ਉੱਥੇ ਤੇ ਕੋਈ ਕਿਰਸ ਨਹੀਂ ਹੋ ਰਹੀ। ਧਰਤੀ ਦੇ ਉੱਤੇ ਤੇ ਆਪਾਂ ਕਿਰਸ ਕਰਦੇ ਹਾਂ, ਕੋਈ ਚੀਜ਼ ਪੈਦਾ ਕਰਦੇ ਹਾਂ। ਜਲ ਦੇ ਵਿੱਚ ਕੌਣ ਕਰਦਾ? ਫਿਰ ਉੱਥੇ ਕਹਿੰਦੇ ਕੋਈ ਹੱਟੀ ਨਹੀਂ, ਕੋਈ ਸੌਦਾ ਨਹੀਂ, ਨਾ ਕੋਈ ਲੈਂਦਾ ਨਾ ਕੋਈ ਦਿੰਦਾ। ਸਾਡਾ ਜੀਵਾਂ ਦਾ ਤੇ ਇਹੀ ਲੈਣ ਦੇਣਾ ਨਾ। ਮਹਾਰਾਜ ਕਹਿੰਦੇ ਜੀਆਂ ਕਾ ਆਹਾਰ ਜੀ। ਕਿੱਦਾਂ ਦਾ ਬਣਾਇਆ ਕਿ ਜੀਵ ਵੀ ਇਹਨੇ ਪੈਦਾ ਜਲ ਚ ਕਰ ਦਿੱਤੇ ਨੇ ਤੇ ਜੀ ਜਿਹੜੇ ਉਹ ਜੀਆਂ ਨੂੰ ਖਾ ਕੇ ਜਿਹੜਾ ਉਹ ਆਪਣਾ ਗੁਜ਼ਾਰਾ ਕਰਦੇ ਨੇ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਵਿੱਚ ਉਪਾਏ ਸਾਇਰਾ ਤਿੰਨਾਂ ਵਿਸਾਰ ਕਰੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਉਸ ਮਾਲਕ ਨੇ ਜਿੱਥੇ ਵੀ ਕਿਸੇ ਜੀਵ ਨੂੰ ਪੈਦਾ ਕੀਤਾ ਉੱਥੇ ਉਹਦਾ ਰਿਜ਼ਕ ਪਹੁੰਚਾਇਆ ਹੋਇਆ। ਸੈਲ ਪੱਥਰ ਮੈਂ ਜੰਤੋ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਰਹਿ ਰਸ ਦੇ ਵਿੱਚ ਆਪਾਂ ਪੜ੍ਹਦੇ ਹਾਂ, ਊੜੇ ਊੜਾਵੇ ਸੈ ਕੋਸਾ ਤਿਸ ਪਾਸ਼ੇ ਬਚਰੇ ਸ਼ਰਿਆ। ਤਿਨ ਕਵਣ ਖਿਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ। ਮਾਲਕ ਨੇ ਹਰ ਥਾਂ ਉਹਦਾ ਰਿਜ਼ਕ ਜਿਹੜਾ ਉਹ ਪਹੁੰਚਾਇਆ ਹੋਇਆ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਤਿਸ ਜੁਹਾਰੀ ਸੁਵਸਤ ਤਿਸ ਤਿਸ ਦਿਬਾਨ ਅਭਗ। ਜੁਹਾਰੀ ਕਹਿੰਦੇ ਨੇ ਪ੍ਰਣਾਮ ਕਰਨੀ। ਮਹਾਰਾਜ ਕਹਿੰਦੇ ਉਸ ਮਾਲਕ ਨੂੰ ਮੇਰੀ ਪ੍ਰਣਾਮ ਹੈ। ਤਿਸ ਜੁਹਾਰੀ ਸੁਵਸਤ ਤਿਸ। ਸੁਵਸਤ ਲਫ਼ਜ਼ ਜਿਹੜਾ ਹੈ ਇਹਦਾ ਹੈ ਉਸ ਮਾਲਕ ਦੀ ਜੈ ਹੋਵੇ, ਚੜ੍ਹਦੀ ਕਲਾ ਰਵੇ। ਤਿਸ ਜੁਹਾਰੀ ਸੁਵਸਤ ਤਿਸ ਤਿਸ ਦਿਬਾਨ ਅਭਗ। ਉਸ ਮਾਲਕ ਦਾ ਆਸਰਾ ਅਭਗ ਹੈ, ਨਾ ਨਾਸ ਹੋਣ ਵਾਲਾ ਹੈ। ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਮਹਾਰਾਜ ਕਹਿੰਦੇ ਉਸ ਮਾਲਕ ਨੂੰ ਅਰਜ਼ੋਈ ਹੈ, ਪ੍ਰਣਾਮ ਹੈ। ਉਸ ਮਾਲਕ ਦੀ ਸਰਵਣ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਜੇ ਕੋਈ ਜੀਵ ਹੋਰ ਆਸਰੇ ਭਾਲਦਾ ਤੇ ਉਹ ਉਹਦੇ ਬਾਹਰੀ ਭੇਖ ਨੇ। ਮਹਾਰਾਜ ਕਹਿੰਦੇ ਇਹ ਬਾਹਰੀ ਭੇਖ ਜਿਹੜੇ ਨੇ ਇਹ ਕਿਸੇ ਕੰਮ ਨਹੀਂ। ਨਾ ਟਿੱਕਾ ਕਿਆ ਤਗ। ਸਿਰਫ ਆਪਾਂ ਇਹੀ ਨਾ
समझे भी इत्थे महाराज ने टिक्के ते तग की गल की है, सानू भी समझाया कि ये जिहड़े बाहरी भेख ने ये उन्ना चिर व्यर्थ ने जिन्ना चिर साडे हिरदे विच उस मालक का नाम जिहड़ा वो नहीं है, उहदी याद नहीं है। तिस जुहारी स्वस्थ तिस तिस दिबान अभग, नानक सच्चे नाम बिन क्या टिक्का क्या तग। महला पहला। लख नेकियां चंगियाइयां लख पुन्ना प्रमाण। महाराज कहते लखां ही नेकियां चंगियाइयां कर लवे ਉਹ ਜਿਹੜੀਆਂ ਸੰਸਾਰ ਦੇ ਵਿੱਚ ਜੀਵਾਂ ਨੂੰ ਪ੍ਰਵਾਨ ਹੋਣ, ਪ੍ਰਵਾਨੀਆਂ ਜਾਣ, ਮੰਨੀਆਂ ਹੋਣ ਵੀ ਹਾਂ ਇਹ ਪੁੰਨ ਦੇ ਕੰਮ ਨੇ, ਇਹ ਭਲੇ ਕੰਮ ਨੇ। ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬਿਬਾਨ। ਲੱਖਾਂ ਹੀ ਤਪ, ਉਹ ਵੀ ਤਪ ਉੱਪਰ ਤੀਰਥਾਂ, ਤੀਰਥਾਂ ਤੇ ਜਾ ਕੇ, ਕਿਉਂਕਿ ਮਨ ਵਿੱਚ ਪਹਿਲੀ ਤੇ ਇਹ ਭਾਵਨਾ ਹੁੰਦੀ ਹੈ कि मेरे प्राण जिहड़े ने वो तीर्थां ते जाके निकलन, भी मेरा जिहड़ा उद्धार हो जाए। इसे करके जिहड़े पुराने समय विच लोग तीर्थां ते जाके तप करते सन। मगर लख तप उपर तीर्थां सहज योग बेबान। बेबान कहंदे ने जंगल नूं, ते जंगल दे विच जाके योग की सहज की क्रिया। वैसे तो योग का मतलब होंदा परमात्मा का मिलाप, पर जिहड़े जंगलों दे विच जाके अपनियां इंद्रियां नूं कंट्रोल करने वास्ते जिहड़ी क्रिया करते हैं, जिहड़े वो कर्म करते हैं, उन्हां नूं इत्थे महाराज ने योग किया सहज योग बेबान। जंगलों दे विच जाके ते ये जिहड़े अपने इंद्रिय ने इन्हां नूं कंट्रोल करने वास्ते जिहड़े कार्य किए जाते हैं। लख सूरतन संग्राम। संग्राम कहते ने रण भूमि, कहते लखां ही रण भूमि दे वो काम जिहड़े सूरम गति वाले होण कर लवे, इत्थों तक कि अपने प्राण ही निशावर कर दे। रण में छुटे प्राण। लख सुरती लख ज्ञान ध्यान, पढ़िए पाठ पुराण। लखां ही तरीके सुरती नूं टकाउण दे वरते करे। लख सुरती लख ज्ञान ध्यान, ते लखां ही ज्ञान दे तरीके आउंदे होण चर्चा करनियां, ज्ञान चर्चा करनी। क्योंकि पुराने समय में इहो ही जिहड़ा एक विद्वता का साधन सी, वो जिथे भी जाना उत्थे ज्ञान चर्चा करनी ते अगले नूं हराउणा। पढ़िए पाठ पुराण, भावें कहंदे लखां वार पुराणां दे पाठ कर ले करे, ये क्रियावां करे। जिन करते करना किया लिखिया बन जान। महाराज कहते उस अकाल पुरख ने जिस करते ने ये करना किया, जिसने जन्म मरण संसार दे विच आउणा जाना लिखिया है। नानक मत्ती मिथ्या कर्म सच्चा निशान। एक उस अकाल पुरख का आसरा, उस दे नाम की आराधना, यही एक परमात्मा की दरगाह दे विच प्रवान है। इस तो बिना होर मत्तां सारियां जिहड़ियां सियाणपां ने वो व्यर्थ ने। नानक मत्ती मिथ्या कर्म सच्चा निशान। पौड़ी। सच्चा साहिब एक तुम जिन सच्चो सच वरताया। महाराज कहते कि वो परमात्मा आप सच्चा है। जिन सच्चो सच वरताया, उसने सच ही सच जिहड़ा ਉਹਦਾ ਪਸਾਰਾ ਕੀਤਾ, ਕੁਝ ਵਰਤਾਇਆ हर एक जीव ਦੇ ਵਿੱਚ। ਤੇ सच है अवस्था है एक, सच है अडोल अवस्था,
सच है जिहड़ा सदा स्थिर रहण वाला, जिहड़ा पहलों भी है सी, अज भी है, आने वाले समय विच भी रहेगा। सच्चा साहिब एक तुम, वो एक आप ही सच है, जिन्हें सच्चो सच वरताया, जिस तुम दे तिस मिले सच। ये अवस्था, ये परमात्मा की खड़ाओ वाली अवस्था, सदा थिर टिकाओ वाली अवस्था, ये महाराज कहते ये उसे नूं मिलदी है जिसनूं तू आप बख्श, जिस तू दे तिस मिले सच। तां तिन्नी सच कमाया, तू उन्होंने सच की अवस्था बख्शी ते उन्होंने सच की कमाई की, उन्होंने की जिन्होंने तू बख्शिश की है, जिन्हों ते तेरी रहमत हुई है। जिस तू दे तिस मिले सच, तां तिन्नी सच कमाया, सतगुर मिलिया सच पाया, जिनके हिरदे सच वसाया। सतगुर मिलिया, अगे भी पिछे भी यही विचार आप कई बार कीतियां कि जिन्ना चिर तक गुरु का मिलाप नहीं हुंदा ते गुरु सानू मार्ग नहीं बख्शदा, तद तक उस परमात्मा दे नाल जिहड़ा वो मेल नहीं हो सकता। ते जे परमात्मा साडे ते कृपा करे, साडे पूर्वले कर्म जाग पैण, साडा कोई पिछला अंकुर फुट पवे ते परमात्मा साडे ते कृपा करे ते असी गुरु की शरण विच चले जाइए। हुण आपां गुरु की शरण विच आए हैं ते ये साडी अपनी हिम्मत नहीं है, ये उस अकाल पुरख वाहिगुरु की साडे ते बख्शिश है। साडा कोई पिछला कीता कर्म अंकुर फुटिया, कोई कारण बनया, तां असीं अज गुरुद्वारा साहब दे विच पहुंचे हैं। अज असीं एक कथा विचारां सरवण करदे हां, नहीं तो हो सकदा सी सवेरे उठदे कोई ना कोई होर सुनेहा मिल जांदा, मता करे पश्चिम की ताई पूर्व ही लै जात, उन की पता किधर नूं लै जाना सी। पर ये कर्म बनिया साडा कि असीं गुरु घर दे विच आए हैं। सो जिन्ना चिर तो वो मालिक कृपा नहीं करता, गुरु का मिलाप नहीं हुंदा। जदों गुरु का मिलाप हुंदा, फिर गुरु कृपा करके उस मालिक दे वाहिगुरु दे नाल मिला दिंदा। सतगुर मिलिया सच पाया, जिनके हिरदे सच वसाया। जिस सतगुर दे हिरदे विच सच्चा परमात्मा वसिया होया, उस मालिक ने, उस गुरु ने उस मालिक दे नाल मिलाउणा कीता। सतगुर मिलिया सच पाया, जिनके हिरदे सच वसाया। मूर्ख सच ना जाननी, मन मुखी जन्म गवाया। पर ये मूर्ख मन, इस जीव इस गल नूं समझदा नहीं। ये अपनियां सियाणपां अपनियां चतराइयां वरतदा, पर गुरु नूं समर्पित नहीं हुंदा। कि गुरु नूं समर्पित तां होवे ना जे ये अपने हौमे नूं छड्डे। तां आपां पिछली पौड़ी दे विच हौमे दी विचार कीती सीगी भी जिन्ना चिर तक ये जीव उस परमात्मा नालों अपनी होंद नूं वखरिया समझदा, इनू दुख भी उन्ना चिर ही ने। सुखमनी साहब जी 21वीं अष्टपदी दे विच आपां पढ़दे हां, सरगुण निर्गुण निरंकार सुन समाधि आप, आपन किया नानका भेई फिर जाप। जब आकार ये कश ना दृष्टिता, पाप पुन तब कहते होता। जब धारी आपन सुन समाज, तब बैर विरोध के संक मार। जद ये शरीर आकार आपन मिलिया ही नहीं, ते पाप पुन किनू होने सीगे, दुख किनू लगने सीगे। दुख सानू तद लगे जो सानू ये आकार मिलिया, जो असीं अपनी वक्री हस्ती समझ ली। जदों जीव परमात्मा तो विछड़ के मां के गर्भ विच आ गया, उहदी एक वक्री हस्ती बन गई।
ਜਦੋਂ ਉਹਦੀ ਹਸਤੀ ਵੱਖਰੀ ਬਣ ਗਈ ਤੇ ਉਦੋਂ ਉਹਨੂੰ ਜਿਹੜੇ ਆ ਇਹ ਦੁੱਖ ਲੱਗਣੇ ਸ਼ੁਰੂ ਹੋ ਗਏ। ਕਿਉਂਕਿ ਰੋਗ ਜਿਹੜਾ ਇੱਕ ਬੁਢਾਪਾ ਇਹੋ ਜਿਹਾ ਰੋਗ ਹੈ ਜਿਹੜਾ ਜਨਮ ਤੋਂ ਸ਼ੁਰੂ ਹੋ ਜਾਂਦਾ। ਜਦੋਂ ਬੱਚੇ ਦਾ ਜਨਮ ਹੋ ਗਿਆ ਆਪਾਂ ਉਦੋਂ ਤੋਂ ਗਿਣਨੇ ਸ਼ੁਰੂ ਕਰ ਦਿੰਦੇ ਆ, ਅੱਜ ਬੱਚਾ ਇੰਨੇ ਦਿਨਾਂ ਦਾ ਹੋ ਗਿਆ, ਅੱਜ ਇੰਨੇ ਦਿਨਾਂ ਦਾ ਹੋ ਗਿਆ, ਮਹੀਨਿਆਂ ਦਾ ਹੋ ਗਿਆ, ਇਹ ਸਾਲ ਹੋ ਗਿਆ ਜੀ, ਸਾਲ ਬਾਅਦ ਉਹਦਾ ਆਪਾਂ ਜਨਮ ਦਿਨ ਮਨਾ ਲਿਆ। ਪਰ ਉਹਦੇ 'ਚ ਉਮਰ ਉਸੇ ਦਿਨ ਤੋਂ ਘਟਣੀ ਸ਼ੁਰੂ ਹੋ ਗਈ ਜਿਸ ਦਿਨ ਤੋਂ ਉਹਨੇ ਜਨਮ ਲੈ ਲਿਆ। ਇਸ ਕਰਕੇ ਸਾਡੀ ਜਿਹੜੀ ਇਹ ਹੋਂਦ ਵੱਖਰੀ ਬਣ ਗਈ, ਇਸ ਵੱਖਰੀ ਹੋਂਦ ਨੇ ਹੀ ਸਾਡੇ ਜਿਹੜੇ ਆ ਸਾਨੂੰ ਪਰਮਾਤਮਾ ਤੋਂ ਵਿਛੋੜਾ ਕਰ ਦਿੱਤਾ। ਇਹਦੇ ਕਰਕੇ ਹੀ ਜਿਹੜਾ ਇਹ ਜੀਵ ਜਿਹੜਾ ਦੁੱਖ ਭੋਗ ਰਿਹਾ। ਪਰ ਇਹ ਮੂਰਖ ਇਸ ਗੱਲ ਨੂੰ ਸਮਝਦਾ ਨਹੀਂ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ। ਇਸ ਮਨਮੁਖ ਨੇ ਆਪਣਾ ਜਨਮ ਜਿਹੜਾ ਉਹ ਵਿਅਰਥ ਗਵਾ ਲਿਆ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਮਹਾਰਾਜ ਕਹਿੰਦੇ ਇਹ ਜੀਵ ਜੇ ਇਸ ਨੇ ਉਸ ਪਰਮਾਤਮਾ ਨੂੰ ਉਸ ਦਾ ਸਿਮਰਨ ਨਹੀਂ ਸੀ ਕਰਨਾ ਤੇ ਇਹ ਸੰਸਾਰ ਦੇ ਵਿੱਚ ਆਇਆ ਹੀ ਕਿਉਂ। ਇਹਦੇ ਨਾਲ ਇਹਦੀ ਮਾਂ ਜਿਹੜੀ ਉਹ ਬਾਂਝ ਹੀ ਰਹਿ ਜਾਂਦੀ, ਇਹਨੂੰ ਜਨਮ ਹੀ ਨਾ ਦਿੰਦੀ ਇਸ ਸੰਸਾਰ ਦੇ ਵਿੱਚ। ਸੋ ਮਹਾਰਾਜ ਨੇ ਇਹਦੇ ਵਿੱਚ ਸਾਨੂੰ ਇਸ ਪੌੜੀ ਦੇ ਵਿੱਚ ਬੜੀ ਤਗੜੀ ਤਾਕੀਦ ਕੀਤੀ ਹੈ ਕਿ ਉਸ ਮਾਲਕ ਦੇ ਨਾਲ ਜਿਹੜਾ ਉਸ ਮਾਲਕ ਦੀ ਜਿਹੜੀ ਯਾਦ ਆ ਉਹਦਾ ਸਿਮਰਨ ਜਿਹੜਾ ਉਹ ਸਾਡੇ ਹਿਰਦੇ ਵਿੱਚ ਸਦਾ ਰਵੇ। ਹੁਣ ਆਪਾਂ ਗੁਰਦੁਆਰਾ ਸਾਹਿਬ ਬੈਠੇ ਆ, ਅਸੀਂ ਬੈਠੇ ਗੁਰਦੁਆਰਾ ਸਾਹਿਬ ਮਾ, ਹੋ ਸਕਦਾ ਸਾਡੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਜੀਵ ਹੋਣ ਜਿਨ੍ਹਾਂ ਦਾ ਧਿਆਨ ਆਪਣੇ ਬੱਚਿਆਂ ਵਿੱਚ ਹੋਵੇ ਕਿ ਬੱਚੇ ਨੇ ਜਾਣਾ ਸੀ, ਮੈਂ ਉਹਨੂੰ ਆ ਚੀਜ਼ ਲੈ ਕੇ ਦੇਣੀ ਸੀ, ਪਤਾ ਨਹੀਂ ਉਹ ਆਏਗਾ ਕਿ ਨਹੀਂ। ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਨੇ। ਇਹਦਾ ਮਤਲਬ ਸਾਡੀ ਸਿਮਰਤੀ ਵਿੱਚ, ਸਾਡੇ ਸੁਰਤ ਵਿੱਚ ਸਾਡਾ ਪਰਿਵਾਰ ਹੈ। ਹੁਣ ਅਸੀਂ ਪਰਿਵਾਰ ਨੂੰ ਯਾਦ ਕਰਨ ਵਾਸਤੇ ਕੋਈ ਵਾਰ-ਵਾਰ ਤਾਂ ਨਹੀਂ ਉਹਨੂੰ ਪੜ੍ਹਦੇ ਜਾਂ ਕੋਈ ਮੰਤਰ ਨਹੀਂ ਪੜ੍ਹਦੇ, ਪਰ ਉਹ ਸਾਡੀ ਸਿਮਰਤੀ ਵਿੱਚ ਹੈ, ਸੁਰਤੀ ਵਿੱਚ ਹੈ। ਪਰ ਜਦੋਂ ਅਸੀਂ ਘਰ ਪਰਿਵਾਰ ਵਿੱਚ ਹੋਈਏ ਉਦੋਂ ਸਾਨੂੰ ਪਰਮਾਤਮਾ ਚੇਤੇ ਹੋਵੇ, ਬਸ ਇੰਨੀ ਖੇਡ ਹੈ। ਇਹ ਸੁਰਤੀ ਨੂੰ ਪਲਟ ਦੇਣਾ। ਜੇ ਕਾਰ ਵਿੱਚ ਹੋ, ਕਿਰਤ ਵਿੱਚ ਹੋ, ਦੁਕਾਨ ਤੇ ਬੈਠੇ ਹੋ, ਸਮਾਂ ਉੱਥੇ ਬਤੀਤ ਕਰੋ, ਪਰ ਸੁਰਤੀ ਧਿਆਨ ਜਿਹੜੀ ਆ, ਧਿਆਨ ਸਾਡਾ ਉਸ ਪਰਮਾਤਮਾ ਵਿੱਚ ਹੋਵੇ ਵੀ ਉਹ ਸਾਨੂੰ ਵੇਖਦਾ। ਅਸੀਂ ਜਿਹੜੀ ਵੀ ਕਿਰਤ ਕਰਦੇ ਆ ਉਹ ਅਸੀਂ ਧਰਮ ਦੀ ਕਿਰਤ ਕਰੀਏ, ਸਾਡੀ ਨੀਅਤ ਸਾਫ਼ ਹੋਵੇ। ਕਿਉਂਕਿ ਜਿੰਨਾ ਚਿਰ ਬੰਦੇ ਦੀ ਨੀਅਤ ਸਾਫ਼ ਨਹੀਂ ਨਾ, ਉਹ ਸਾਰੇ ਕਾਰਜ ਜਿਹੜੇ ਉਹਦੇ ਵਿਅਰਥ ਨੇ। ਤੇ ਜੇ ਉਹਦੀ ਨੀਅਤ ਸਾਫ਼ ਹੈ ਨਾ, ਕਾਰਜ ਉਹ ਕੋਈ ਵੀ ਕਰਦਾ ਨਾ, ਉਹ ਪਰਮਾਤਮਾ ਉਹਦੇ ਸਾਰੇ ਕਾਰਜਾਂ ਨੂੰ ਸਫਲਿਆਂ ਬਣਾ ਦਿੰਦਾ। ਇਸ ਕਰਕੇ ਸਾਰੇ ਜੀਵਾਂ ਨੂੰ ਮਹਾਰਾਜ ਇਹੀ ਕਹਿੰਦੇ ਨੇ, ਬੇਨਤੀ ਕਰਦੇ ਵਾਰ-ਵਾਰ ਕਿ ਉਸ ਮਾਲਕ ਨੂੰ ਸਮਰਪਿਤ ਹੋਵੋ, ਕਿਰਤ ਆਪਣੀ ਕਰੋ, ਪਰ ਕਿਰਤ ਕਰਦਿਆਂ ਉਸ ਮਾਲਕ ਨੂੰ ਚੇਤੇ ਰੱਖੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਕਿਉਂਕਿ ਕਥਾ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਸੋ ਸਾਧ ਸੰਗਤ ਗੁਰੂ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਆਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।